प्यारे साथियों, सब तो पहला सत श्री अकाल कबूल करियो। ਅੱਜ मैं ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਦੇਣ ਜਾ ਰਿਹਾ ਜਿਸ ਨਾਲ ਤੁਹਾਡਾ ਹੀ ਨਹੀਂ ਤੁਹਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਵੀ ਬੜਾ ਸੁਨਹਿਰੀ ਹੋ ਜਾਵੇਗਾ। ਸੋ ਇੱਕ ਇਹੋ ਜਿਹੀ ਚੀਜ਼ ਜੋ ਮੈਂ ਅੱਜ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਹੋ ਸਕਦਾ ਮੈਂ ਤੋਂ ਪੜ੍ਹਦੇ ਵਿਚਾਰ ਕਰਦੇ ਕਈ ਪ੍ਰਕਾਰ ਦੀਆਂ ਕਮੀਆਂ ਵੀ ਰਹਿ ਜਾਣ, ਪਰ ਉਸ ਕਮੀਆਂ ਲਈ ਪਹਿਲਾਂ ਹੀ ਹੱਥ ਜੋੜ ਕੇ ਮਾਫੀ ਕਬੂਲ ਕਰਿਓ। ਇਹ ਜੋ ਤੁਹਾਨੂੰ ਅੱਜ ਮੈਂ ਚੀਜ਼ ਪੜ੍ਹ ਕੇ ਸੁਣਾਵਾਂਗਾ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਵੀ ਪੜ੍ਹਾਇਓ। ਕੋਸ਼ਿਸ਼ ਕਰਿਓ ਵੀ ਜਨਮ ਤੋਂ ਹੀ ਤੁਹਾਡੇ ਬੱਚਿਆਂ ਦੀ ਇਹ ਪੜ੍ਹਾਈ ਨਾਲ ਚੀਜ਼ ਸਟਾਰਟ ਹੋ ਜਾਵੇ। ਤੇ ਜੇਕਰ ਤੁਸੀਂ ਇਹ ਚੀਜ਼ ਆਪਣੇ ਬੱਚਿਆਂ ਨੂੰ ਦੇਤੀ, ਤੁਹਾਨੂੰ ਤੁਹਾਡੇ ਬੱਚਿਆਂ ਦੇ ਅਧਿਕਾਰ ਮੰਗਣ ਦੀ ਕਿਸੇ ਸਰਕਾਰਾਂ ਕੋਲ ਜਾਣ ਦੀ ਲੋੜ ਨਹੀਂ ਹੋਵੇਗੀ। ਸੋ ਇਹ ਹੈ ਭਾਰਤ ਦਾ ਸੰਵਿਧਾਨ ਜੋ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਲਿਖਿਆ ਹੋਇਆ। ਇਹ ਸੰਵਿਧਾਨ ਕਿਸੇ ਜਾਤੀ ਨਾਲ ਸੰਬੰਧਿਤ ਨਹੀਂ। ਇਹ ਸੰਵਿਧਾਨ ਤੁਹਾਨੂੰ ਧਰਮ ਨਿਰਪੱਖ ਹੈ। ਇਹ ਸੰਵਿਧਾਨ ਦੇ ਵਿੱਚ ਜੋ ਵੀ ਕੁਝ ਲਿਖਿਆ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਇਆ ਕਰੂੰਗਾ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰਿਓ। ਸੋ ਅੱਜ ਆਪਾਂ ਇਸ ਸੰਵਿਧਾਨ ਦੀ ਸ਼ੁਰੂਆਤ ਕਰਦੇ ਹਾਂ ਤੇ ਇਸ ਸੰਵਿਧਾਨ ਦੀ ਸ਼ੁਰੂਆਤ ਵਿੱਚ ਹੀ ਮੁੱਖ ਬੰਦ ਕੀ ਕਹਿੰਦਾ ਵਾ? ਸੰਵਿਧਾਨ ਸਰਵਉੱਚ ਸ਼ਕਤੀ ਦਾ ਸੋਮਾ। ਜਿਸ ਤਰ੍ਹਾਂ ਪਰਿਵਾਰ ਦੇ ਅਲੱਗ-ਅਲੱਗ ਉਮਰਾਂ, ਰੁਚੀਆਂ ਅਤੇ ਇੱਛਾਵਾਂ ਰੱਖਣ ਵਾਲੇ ਮੈਂਬਰਾਂ ਨੂੰ ਇੱਕ ਛੱਤ ਹੇਠਾਂ ਰੱਖਣ ਅਤੇ ਉਹਨਾਂ ਦੇ ਜੀਵਨ ਨੂੰ ਸੁਖਾਵਾਂ ਤੇ ਖੁਸ਼ਹਾਲ ਬਣਾਉਣ ਲਈ ਪਹਿਲਾਂ ਤੋਂ ਚੱਲਿਆ ਆ ਰਿਹਾ ਸਦਾਚਾਰੀ ਜਾਬਤਾ ਕੰਮ ਕਰਦਾ ਹੈ। ਪਰਿਵਾਰਾਂ ਦੇ ਮੁਖੀਆਂ ਦਾ ਛੋਟੇ ਬੱਚਿਆਂ, ਜਵਾਨ ਮੁੰਡਿਆਂ, ਕੁੜੀਆਂ ਤੇ ਨੂੰਹਾਂ ਜਮਾਈ ਪ੍ਰਤੀਆਂ ਕੀ ਫਰਜ਼ ਤੇ ਜ਼ਿੰਮੇਵਾਰੀਆਂ ਹਨ ਅਤੇ ਜਵਾਬ ਵਿੱਚ ਉਹਨਾਂ ਦੇ ਮੁਖੀਆਂ ਪ੍ਰਤੀ ਅਤੇ ਆਸ ਵਿੱਚ ਕੀ ਫਰਜ਼ ਤੇ ਜ਼ਿੰਮੇਵਾਰੀਆਂ ਹਨ, ਉਹ ਇਹ ਸਾਨੂੰ ਸੰਵਿਧਾਨ ਦੱਸਦਾ ਹੈ। ਉਸੇ ਤਰ੍ਹਾਂ ਦੇਸ਼ ਪੱਧਰ ਦੇ ਉੱਥੇ ਦੇ ਅਲੱਗ-ਅਲੱਗ ਧਰਮਾਂ, ਜਾਤੀਆਂ, ਸੱਭਿਆਚਾਰਾਂ ਅਤੇ ਭਾਸ਼ਾਵਾਂ ਵਾਲੇ ਵਸਨੀਕਾਂ ਨੂੰ ਅਮਨ ਸ਼ਾਂਤੀ ਨਾਲ ਇਕਜੁੱਟ ਰੱਖਣ ਲਈ ਦੇਸ਼ ਦਾ ਸੰਵਿਧਾਨ ਕੰਮ ਕਰਦਾ ਹੈ। ਅਜਿਹਾ ਸੰਵਿਧਾਨ ਕਾਨੂੰਨੀ ਜਾਬਤਾ ਇੱਥੋਂ ਦੇ ਪਹਿਲਾਂ ਰਾਜਿਆਂ, ਹਾਕਮਾਂ ਅਤੇ ਬਾਹਰੋਂ ਆ ਕੇ ਹਕੂਮਤ ਕਰਨ ਵਾਲੇ ਬਾਦਸ਼ਾਹਾਂ ਦੇ ਸਮਿਆਂ ਤੋਂ ਚੱਲਦਾ ਆ ਰਿਹਾ ਹੈ। ਅੱਜ ਵੀ ਲੋਕਤੰਤਰੀ ਰਾਜ ਵਿੱਚ ਚੱਲ ਰਿਹਾ ਹੈ। ਇਸ ਦੇ ਨਾ ਹੋਣ ਨੂੰ ਅਰਾਜਕਤਾ ਕਿਹਾ ਜਾਂਦਾ ਹੈ, ਜਿਸ ਵਿੱਚ ਕੇਵਲ ਧੱਕੜਸ਼ਾਹਾਂ ਦਾ ਹੀ ਰਾਜ ਚੱਲਦਾ ਹੈ ਅਤੇ ਉਹਨਾਂ ਜ਼ੁਲਮਾਂ ਅਤਿਆਚਾਰਾਂ ਦਾ ਸ਼ਿਕਾਰ ਵੀ ਗਰੀਬ, ਕਮਜ਼ੋਰ ਅਤੇ ਲਾਚਾਰ ਲੋਕ ਹੋ ਰਹੇ ਹਨ। ਭਾਰਤ ਦੇਸ਼ ਦੇ ਬਦਲਦੇ ਯੁੱਗਾਂ ਵਿੱਚ ਹਕੂਮਤਾਂ ਦੇ ਹਰ ਪ੍ਰਕਾਰ ਦੇ ਰੰਗ ਦੇਖੇ ਹਨ। ਪ੍ਰਾਚੀਨ ਬ੍ਰਾਹਮਣੀ ਯੁੱਗ ਵਿੱਚ, ਕੁਝ ਹੋਰ ਬੁੱਧਿਸਟ ਯੁੱਗ ਵਿੱਚ, ਕੁਝ ਹੋਰ ਮੁਸਲਮਾਨੀ ਦੌਰ ਵਿੱਚ, ਕੁਝ ਹੋਰ ਅੰਗਰੇਜ਼ਾਂ ਵੇਲੇ, ਕੁਝ ਹੋਰ। ਹਰ ਇੱਕ ਹਕੂਮਤ ਦੀਆਂ ਆਪਣੀਆਂ ਜ਼ਰੂਰਤਾਂ ਤੇ ਸਹੂਲਤਾਂ ਅਨੁਸਾਰ ਉਹਨਾਂ ਦੇ ਆਪਣੇ ਆਪਣੇ ਕਾਇਦੇ ਕਾਨੂੰਨਾਂ ਅਤੇ ਇਨਸਾਫ ਵਿਵਸਥਾ ਸੀ। ਵਰਤਮਾਨ ਦੌਰ ਵਿੱਚ ਆਪਣਾ ਸੰਵਿਧਾਨ ਕੰਮ ਕਰ ਰਿਹਾ ਹੈ, ਜੋ ਆਜ਼ਾਦੀ ਉਪਰੰਤ ਦੇਸ਼ ਵਾਸੀਆਂ ਨੇ ਆਪਣੀਆਂ ਸਹੂਲਤਾਂ, ਜ਼ਰੂਰਤਾਂ ਅਤੇ ਆਕਾਂਖਿਆਵਾਂ ਨੂੰ ਅਨੁਕੂਲ ਆਪ ਬਣਾਇਆ ਹੈ ਅਤੇ ਲਾਗੂ ਕੀਤਾ ਹੈ, ਜੋ ਹੁਣ ਤੱਕ ਪੂਰੀ ਸਫਲਤਾ ਨਾਲ ਚੱਲ ਰਿਹਾ ਹੈ। ਸੰਵਿਧਾਨ ਨੂੰ ਬਣਾਉਣ ਵਾਲੇ ਕਿਸੇ ਵਿਸ਼ੇਸ਼ ਧਰਮ, ਜਾਤ ਜਾਂ ਤਬਕੇ ਦੀ ਵਿਚਾਰਧਾਰਾ ਰੱਸੀ ਨਾਲ ਬੰਨੇ ਹੋਏ ਜਨੂਨੀ ਬੰਦੇ ਸਨ। ਸਗੋਂ ਜੇ ਉਹਨਾਂ ਨੂੰ ਜਨਤਾ ਦੇ ਚੋਣਵੇਂ ਬੁੱਧੀਮਾਨ, ਮੁਦੱਬਰ, ਮਹਾਗਿਆਨੀ ਨੇਤਾਵਾਂ ਦੀ ਟੀਮ ਕਹਿ ਦਿੱਤਾ ਜਾਵੇ ਤਾਂ ਇਹ ਅਤਕਥਨੀ ਨਹੀਂ ਹੋਵੇਗੀ, ਜਿਸ ਦਾ ਇੱਕੋ ਇੱਕ ਉਦੇਸ਼ ਦੇਸ਼ ਦੀ ਲੰਮੀ ਗੁਲਾਮੀ ਦੇ ਦੌਰ ਦੀਆਂ ਤਰੁੱਟੀਆਂ, ਖੁਰਾਫਤਾਂ, ਖਰਾਬੀਆਂ ਤੇ ਗਲਤੀਆਂ ਨੂੰ ਦੂਰ ਕਰਕੇ ਉਸ ਦੇਸ਼ ਦੇ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਵਿੱਚ ਮਜ਼ਬੂਤ, ਸ਼ਕਤੀਸ਼ਾਲੀ ਅਤੇ ਖੁਸ਼ਹਾਲ ਦੇਸ਼ ਬਣਾਉਣਾ ਸੀ। ਇੱਕ ਕਲਿਆਣਕਾਰੀ ਰਾਜ ਇਸ ਦੇਸ਼ ਵਿੱਚ ਖੁਸ਼ਕਿਸਮਤੀ ਦੀ ਕਹਿਣਾ ਹੋਵੇਗਾ ਕਿ ਸੰਵਿਧਾਨ ਤਿਆਰ ਕਰਨ ਦਾ ਕੰਮ ਵੀ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਹੱਥ ਦਿੱਤਾ ਗਿਆ ਸੀ, ਜਿਨ੍ਹਾਂ ਨੇ ਆਪਣੇ ਵਿਸ਼ਵ ਗਿਆਨ ਅਤੇ ਪਰਮ ਬੁੱਧੀਮਾਨਤਾ ਦੀ ਵਰਤੋਂ ਕਰਕੇ ਉਸ ਨੂੰ ਇੱਕ ਅਜਿਹਾ ਆਦਰਸ਼ ਕਾਨੂੰਨ ਦਸਤਾਵੇਜ਼ ਬਣਾ ਦਿੱਤਾ ਜਿਸ ਤੇ ਹਰ ਦੇਸ਼ ਵਾਸੀ ਫਖਰ ਕਰ ਸਕਦਾ ਹੈ। ਇੱਥੋਂ ਤੱਕ ਕਿ ਵਰਤਮਾਨ ਪ੍ਰਧਾਨ ਮੰਤਰੀ ਨੂੰ ਸੰਵਿਧਾਨ ਨੂੰ
ਪਾਰਲੀਮੈਂਟ ਹਾਊਸ ਵਿੱਚ ਜੁਮਲੇ ਦੇ ਭਾਵ ਵਿੱਚ ਹੀ ਸਹੀ ਕਾਨੂੰਨੀ ਦਸਤਾਵੇਜ਼ ਤੋਂ ਵੱਧ ਧਰਮ ਗ੍ਰੰਥ ਕਹਿ ਦਿੱਤਾ ਗਿਆ, ਜਿਨ੍ਹਾਂ ਸ਼ਬਦਾਂ ਅਤੇ ਸਿਧਾਂਤਾਂ ਦਾ ਵਰਣਨ ਉਦੇਸ਼ਕਾਂ ਰਾਹੀਂ ਸੰਵਿਧਾਨ ਨੂੰ ਸ਼ੁਰੂ ਕੀਤਾ ਗਿਆ ਹੈ। ਉਸ ਤੋਂ ਹੀ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਇੱਕ ਧਰਮੀ ਦੇਸ਼ ਰਾਜ ਨਹੀਂ, ਸਗੋਂ ਇੱਕ ਸਰਬ ਸੱਤਿਆਧਾਰੀ ਰਾਜ ਹੋਣ ਨਾਲ ਸਮਾਜਵਾਦੀ ਧਰਮ ਨਿਰਪੱਖ ਅਤੇ ਲੋਕ ਡੈਮੋਕ੍ਰੈਟਿਕ ਗਣਰਾਜ ਰਿਪਬਲਿਕ ਵੀ ਹੈ, ਅਤੇ ਇਸ ਨੂੰ ਅਪਣਾਉਣ ਵਾਲੇ ਲੋਕ ਅੱਜ ਵੀ ਵੀ ਦਾ ਪੀਪਲ ਆਫ ਇੰਡੀਆ ਜੋ ਨਾ ਅਸਮਾਨੋਂ ਉਤਰਿਆ ਹੈ, ਨਾ ਹੀ ਕਿਸੇ ਗੈਰ ਮੁਲਕੀ ਤਾਕਤ ਨੇ ਬਣਾ ਕੇ ਭੇਜਿਆ। ਇਸ ਵਿੱਚ ਦਰਜ 395 ਧਾਰਾਵਾਂ, 10 ਸੂਚੀਆਂ ਅਤੇ ਕੁਝ ਜ਼ਿਮਿਆਂ ਤੇ ਪੂਰੀ ਬਹਿਸ ਅਤੇ ਜੇਰਾ ਤੋਂ ਬਾਅਦ 3 ਸਾਲਾਂ ਦੀ ਕਰੜੀ ਮਿਹਨਤ ਮੁਸ਼ੱਕਤ ਮਗਰੋਂ 26 ਨਵੰਬਰ 1949 ਨੂੰ ਆਖਰੀ ਰੂਪ ਵਿੱਚ ਪਾਸ ਕੀਤਾ ਗਿਆ। ਸੰਵਿਧਾਨ ਕੀ ਹੈ? ਦੇਸ਼ ਦੇ ਨਵੇਂ ਸਿਰਿਓਂ ਉਸਾਰਨ ਵਿੱਚ ਉਸ ਦੀ ਭੂਮਿਕਾ ਕੀ ਹੈ? ਭਾਰਤ ਵਿੱਚ ਕਿਸ ਪ੍ਰਕਾਰ ਦੀ ਸਰਕਾਰ ਹੋਣੀ ਚਾਹੀਦੀ ਹੈ? ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਲਈ ਪ੍ਰਾਵਧਾਨ, ਨੇਮ ਕਾਨੂੰਨ ਕਿਹੋ ਜਿਹੇ ਹੋਣੇ ਚਾਹੀਦੇ ਹਨ? ਅਤੇ ਇਹਨਾਂ ਸਭ ਸਵਾਲਾਂ ਅਤੇ ਮੁੱਦਿਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਲਈ ਬਾਬਾ ਸਾਹਿਬ ਨੇ 2 ਭਾਸ਼ਣਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਜੋ ਉਹਨਾਂ ਨੇ ਸੰਵਿਧਾਨ ਸਭਾ ਵਿੱਚ ਸੰਵਿਧਾਨ ਖਰੜਾ ਕਮੇਟੀ ਦੇ ਚੇਅਰਮੈਨ ਦੀ ਹੈਸੀਅਤ ਵਿੱਚ ਦਿੱਤੇ ਸੀ। ਪਹਿਲਾ ਭਾਸ਼ਣ ਸਭਾ ਵਿੱਚ ਖਰੜਾ ਪੇਸ਼ ਕਰਨ ਲੱਗਿਆਂ 4 ਨਵੰਬਰ 1948 ਨੂੰ ਦਿੱਤਾ ਗਿਆ ਅਤੇ ਦੂਜਾ ਭਾਸ਼ਣ ਸੰਵਿਧਾਨ ਦਾ ਆਖਰੀ ਰੂਪ ਪੇਸ਼ ਕਰਦਿਆਂ 25 ਨਵੰਬਰ 1949 ਨੂੰ ਦਿੱਤਾ ਗਿਆ। ਪਹਿਲਾਂ ਦੀਆਂ ਮੁੱਖ ਵਿਸ਼ੇਸ਼ਤਾ ਸਨ: ਅਮਰੀਕਾ ਦੀ ਰਾਸ਼ਟਰਪਤੀ ਪ੍ਰਣਾਲੀ ਕੀ ਹੈ ਦੇ ਮੁਕਾਬਲੇ ਵਿੱਚ ਇੰਗਲੈਂਡ ਦੀ ਸੰਸਦੀ ਪ੍ਰਣਾਲੀ ਵਿੱਚੋਂ ਕਿਹੜਾ ਲਾਭਦਾਇਕ ਹੈ? ਕੀ ਸੰਵਿਧਾਨ ਦੂਜੇ ਦੇਸ਼ਾਂ ਦੀ ਨਕਲ ਹੈ? ਭਾਰਤ ਵਿੱਚ ਲੋਕਤੰਤਰ ਨਵਾਂ ਹੋਣ ਕਰਕੇ ਲੋਕਾਂ ਵਿੱਚ ਨੈਤਿਕਤਾ ਦੀ ਬਹੁਤ ਘਾਟ ਹੈ। ਭਾਰਤ ਵਿੱਚ ਲੋਕਤੰਤਰ ਨਵਾਂ ਹੋਣ ਕਰਕੇ ਲੋਕਾਂ ਵਿੱਚ ਸੰਵਿਧਾਨਕ ਨੈਤਿਕਤਾ ਦੀ ਬਹੁਤ ਘਾਟ ਹੈ। ਭਾਰਤ ਲਈ ਪੁਰਾਣੇ ਖਾਪ ਪ੍ਰਕਾਰ ਦੇ ਪੰਚਾਇਤੀ ਸਿਸਟਮਾਂ ਦੇ ਮੁਕਾਬਲੇ ਵਿਅਕਤੀ ਕੇਂਦਰਿਤ ਸਿਸਟਮ ਕਿਉਂ ਜ਼ਰੂਰੀ ਹੈ? ਬਾਬਾ ਸਾਹਿਬ ਅਨੁਸਾਰ ਭਾਰਤ ਵਿੱਚ ਪਿੰਡ ਸਵਾਏ ਸਥਾਨਕ ਦਿਕਿਆਨੂਸੀ ਮਾਨਸਿਕਤਾ, ਅਗਿਆਨਤਾ, ਤੰਗਦਿਲੀ ਅਤੇ ਫਿਰਕਾ ਪ੍ਰਸਤੀ ਦੇ ਅੱਡਿਆਂ ਤੋਂ ਵਾਧੂ ਹੋਰ ਕੁਝ ਨਹੀਂ ਹੈ। ਸੰਵਿਧਾਨ ਨੈਤਿਕਤਾ ਬਾਰੇ ਉਹਨਾਂ ਨੂੰ ਕਿਹਾ ਗਿਆ, ਭਾਰਤ ਵਿੱਚ ਲੋਕਤੰਤਰ ਪੌਦਿਆਂ ਤੇ ਪੱਤਿਆਂ ਤੋਂ ਪਈ ਗਰਦ ਨੂੰ ਝਾੜਨ ਦੇ ਬਰਾਬਰ ਹੈ। ਇਹ ਸਮਝ ਸੂਝ ਬੰਦੇ ਦੇ ਨਾਲ ਆਪਣੇ ਆਪ ਪੈਦਾ ਨਹੀਂ ਹੋ ਜਾਂਦੀ, ਇਸ ਨੂੰ ਵਿਕਸਿਤ ਕਰਨਾ ਪੈਂਦਾ ਹੈ। ਇਸ ਭਾਸ਼ਣ ਵਿੱਚ ਉਹਨਾਂ ਨੇ ਦੇਸ਼ ਵਾਸੀਆਂ ਨੂੰ ਸਾਵਧਾਨ ਕਰਦੇ ਹੋਏ ਸੰਵਿਧਾਨ ਹਰ ਹਿਸਾਬ ਨਾਲ ਲਚਕੀਲਾ, ਵਿਵਹਾਰਕ ਅਤੇ ਪੂਰੀ ਤਰ੍ਹਾਂ ਸਮਰੱਥ ਹੈ, ਜੋ ਅਮਨ ਅਤੇ ਚੰਗੀ ਹਾਲਤ ਵਿੱਚ ਕਾਮਯਾਬ ਸਿੱਧ ਹੋ ਸਕਣ ਵਾਲਾ ਹੈ। ਇਸ ਤਰ੍ਹਾਂ ਜੇ ਕੱਲ ਨੂੰ ਹਾਲਤ ਵਿਗੜਦੇ ਹਨ ਤੇ ਕਹਿਣਾ ਪਵੇਗਾ ਸੰਵਿਧਾਨ ਨਹੀਂ, ਬੰਦਾ ਹੀ ਖੋਟਾ ਨਿਕਲਿਆ ਹੈ। ਦੂਜੇ ਭਾਸ਼ਣ ਵਿੱਚ ਜਿੱਥੇ ਉਹਨਾਂ ਨੇ ਸੰਵਿਧਾਨ ਦੇ ਕੁਝ ਤਕਨੀਕੀ ਅਤੇ ਵਿਧਾਨਕ ਪਹਿਲੂ ਦੇ ਨਾਲ ਸਭਾ ਵਿੱਚ ਆਈਆਂ ਮੁਸ਼ਕਲਾਂ ਅਤੇ ਨੋਕਾਂ ਝੋਕਾਂ ਦਾ ਜ਼ਿਕਰ ਕੀਤਾ ਹੈ, ਉਹਨਾਂ ਨੇ ਉੱਥੇ ਬਹੁਤ ਹੀ ਸੰਜੀਦਾ, ਫਿਕਰਮੰਦ ਦੇਸ਼ ਹਿਤੈਸ਼ੀ ਸਿਆਸਤਦਾਨਾਂ ਦੇ ਰੋਲ ਵਿੱਚ ਕੁਝ ਕੰਮ ਆਉਣ ਵਾਲੇ ਸੁਝਾਅ ਵੀ ਦਿੱਤੇ ਹਨ। ਜੇ ਕੇਵਲ ਮਸ਼ਵਰੇ ਦਾ ਪ੍ਰਵਚਨ ਹੀ ਨਹੀਂ ਹਨ, ਉਹਨਾਂ ਨੂੰ ਚੇਤਾਵਨੀਆਂ ਤੇ ਭਵਿੱਖਬਾਣੀਆਂ ਦਾ ਦਰਜਾ ਵੀ ਦਿੱਤਾ ਜਾ ਸਕਦਾ ਹੈ। ਇਸ ਭਾਸ਼ਣ ਵਿੱਚ ਉਹਨਾਂ ਨੇ ਹਾਊਸ ਵਿੱਚ ਖੜੇ ਹੋ ਕੇ ਇਹ ਭਾਸ਼ਣ ਦਿੱਤਾ, ਜੋ ਕਰੀਬ ਸਵਾ ਘੰਟਾ ਜਾਰੀ ਰਿਹਾ। ਲੇਖਕਾਂ ਨੇ ਇਹ ਭਾਸ਼ਣ ਦਰਸ਼ਕ ਗੈਲਰੀ ਵਿੱਚ ਬੈਠ ਕੇ ਪੂਰੀ ਤਵੱਜੋ ਨਾਲ ਸੁਣਿਆ। ਭਾਸ਼ਣ ਦੇ ਅੰਤ ਵਿੱਚ ਮੈਂਬਰਾਂ ਨੇ ਖੜੇ ਹੋ ਕੇ ਮੇਜ਼ਾਂ ਨੂੰ ਥੱਪਕ ਪਾ ਕੇ ਅਤੇ ਜ਼ੋਰਦਾਰ ਤਾਲੀਆਂ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ। ਹਾਊਸ ਵਿੱਚ ਜਿਸ ਜੋਸ਼ ਅਤੇ ਖੁਸ਼ੀ ਨਾਲ ਬਾਬਾ ਸਾਹਿਬ ਨੂੰ ਪ੍ਰਸੰਨਤਾ ਭਰੇ ਸ਼ਬਦਾਂ ਦਾ ਨਾਲ ਮੁਬਾਰਕਬਾਦ ਦਿੱਤੀ ਗਈ, ਉੱਥੇ ਹੀ ਉਹਨਾਂ ਵਿੱਚੋਂ ਕੇਵਲ ਸੰਵਿਧਾਨ ਸਭਾ ਦੇ ਪ੍ਰਧਾਨ ਡਾਕਟਰ ਰਜਿੰਦਰ ਪ੍ਰਸਾਦ ਦੇ ਭਾਸ਼ਣ ਦਾ ਸੰਖੇਪ ਵਿੱਚ ਜ਼ਿਕਰ ਕਰਨਾ ਕਾਫੀ ਹੋਵੇਗਾ।
ਜਿਨ੍ਹਾਂ ਨੇ ਉਹਨਾਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਡਾਕਟਰ ਅੰਬੇਦਕਰ ਦੇ ਸੰਵਿਧਾਨ ਸੰਬੰਧੀ ਸਾਡੇ ਸੌਂਪੇ ਗਏ ਕੰਮ ਨੂੰ ਸਿਹਤ ਖਰਾਬ ਹੋਣ ਦੇ ਬਾਵਜੂਦ ਨਾ ਕੇਵਲ ਸ਼ਾਨਦਾਰ ਤਰੀਕੇ ਨਾਲ ਨੇਪਰੇ ਚਾੜਿਆ, ਸਗੋਂ ਉਸ ਨੂੰ ਸਾਡੀ ਆਸ ਤੋਂ ਵੱਧ 4 ਚੰਨ ਲਗਾ ਦਿੱਤੇ। ਕੌਮਾਂ ਦੇ ਜੀਵਨ ਵਿੱਚ ਕੁਝ ਅਪਵਾਦਾਂ ਨੂੰ ਛੱਡ ਕੇ ਸੰਵਿਧਾਨ ਬਣਾਉਣ ਦਾ ਮੌਕਾ ਕੇਵਲ ਇੱਕ ਵਾਰ ਹੀ ਆਉਂਦਾ ਹੈ। ਸਮੁੱਚੇ ਦਲਿਤ ਜਗਤ ਲਈ ਇਹ ਕਿੰਨੀ ਖੁਸ਼ੀ ਅਤੇ ਫਖਰ ਦੀ ਗੱਲ ਹੈ ਕਿ ਇਸ ਇਤਿਹਾਸਿਕ ਕਾਰਨਾਮੇ ਨੂੰ ਅੰਜਾਮ ਦੇਣ ਦਾ ਜਸ ਇੱਕ ਅਛੂਤ ਜਨਮੇ ਵਿਅਕਤੀ ਬਾਬਾ ਸਾਹਿਬ ਨੂੰ ਮਿਲਿਆ, ਜਿਨ੍ਹਾਂ ਨੇ ਨਾ ਤਾਂ ਕੇਵਲ ਦੇਸ਼ ਨੂੰ ਆਧੁਨਿਕ ਸ਼ਕਤੀਸ਼ਾਲੀ ਬਣਾਉਣ ਹਿੱਤ ਸੰਬੰਧਿਕ ਆਪਣੀ ਬੌਧਿਕ ਸ਼ਕਤੀ ਤੇ ਯੋਗਤਾ ਲਗਾ ਦਿੱਤੀ, ਸਗੋਂ ਸਮਾਜ ਦੇ ਅਤੀ ਪਿਛੜੇ ਅਤੇ ਸ਼ੋਸ਼ਿਤ ਵਰਗਾਂ ਨੂੰ ਬਾਕੀ ਸਮਾਜ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ। ਹੋਰ ਵੀ ਠੋਸ ਤੇ ਪੱਕੇ ਪ੍ਰਬੰਧ ਕੀਤੇ। ਇਸ ਭਾਸ਼ਣ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ, ਸੰਵਿਧਾਨ ਵਿੱਚ ਚਾਹੇ ਜਿੰਨੀਆਂ ਵੱਧ ਖੂਬੀਆਂ ਹੋਣ, ਪਰ ਜੇ ਉਹਨਾਂ ਨੂੰ ਲਾਗੂ ਕਰਨ ਵਾਲੇ ਬੰਦੇ ਖੋਟੇ ਤੇ ਬੇਈਮਾਨ ਹੋਣ ਤਾਂ ਸੰਵਿਧਾਨ ਉਹਨਾਂ ਨੂੰ ਬਹੁਤ ਮਾੜਾ ਲੱਗੇਗਾ। ਇਸ ਤਰ੍ਹਾਂ ਅੱਛੇ ਇਮਾਨਦਾਰ ਲੋਕ ਮਾੜੇ ਸੰਵਿਧਾਨ ਨੂੰ ਵੀ ਚੰਗਾ ਬਣਾ ਸਕਦੇ ਹਨ। ਇਹ ਕਥਨ ਮਸ਼ਵਰਾ ਨਹੀਂ, ਇਹ ਅੱਜ ਦੀ ਸੰਪਰਦਾਇਕ ਰਾਜਨੀਤੀ ਵਿੱਚ ਸੱਚ ਦਿਖਾ ਰਿਹਾ ਹੈ। ਅੱਜ ਦੀ ਨੀਤੀ ਨੂੰ ਆਪਣੇ ਹੀ ਇਤਿਹਾਸ ਦਾ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ, ਦੇਸ਼ ਹੁਣ ਪਹਿਲੀ ਵਾਰ ਆਜ਼ਾਦ ਨਹੀਂ ਹੋਇਆ, ਇਹ ਪਹਿਲਾਂ ਵੀ ਆਜ਼ਾਦ ਰਹਿ ਚੁੱਕਿਆ ਹੈ, ਜਿਸ ਨੂੰ ਇੱਥੋਂ ਦੇ ਕੁਝ ਗਦਾਰ ਦੇਸ਼ ਧਰੋਹੀ ਰਾਜਿਆਂ, ਫੌਜੀਆਂ, ਕਮਾਂਡਰਾਂ ਤੇ ਜਰਨੈਲਾਂ ਨੇ ਮੋਟੀਆਂ ਰਿਸ਼ਵਤਾਂ ਖਾ ਕੇ ਵਿਦੇਸ਼ੀ ਧਾੜਵੀਆਂ ਦਾ ਗੁਲਾਮ ਬਣਾ ਦਿੱਤਾ। ਡਰ ਹੈ ਕਿ ਆਪਣੀਆਂ ਕਰਤੂਤਾਂ ਤੇ ਆਪਸੀ ਦੁਸ਼ਮਣੀ ਕਰਕੇ ਉਹ ਫਿਰ ਤੋਂ ਆਜ਼ਾਦੀ ਨਾ ਗਵਾ ਦੇਵੇ। ਇਸ ਸਬੰਧ ਵਿੱਚ ਸਭ ਤੋਂ ਵੱਧ ਖਤਰਨਾਕ ਰੁਝਾਨ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਸਾਵਧਾਨ ਕੀਤਾ ਕਿ ਜਾਤ-ਪਾਤ, ਫਿਰਕਾਬੰਦੀ ਰੂਪ ਵਿੱਚ ਦੁਸ਼ਮਣ ਤਾਂ ਪਹਿਲਾਂ ਹੀ ਮੌਜੂਦ ਹਨ, ਪਰ ਹੁਣ ਜਿਨ੍ਹਾਂ ਪਾਰਟੀਆਂ ਰਾਜਨੀਤੀ ਦੇ ਮੈਦਾਨ ਵਿੱਚ ਆ ਰਹੀਆਂ ਹਨ, ਉਹ ਨੀਤੀਆਂ ਪੱਖ ਉਲਟ ਹੀ ਨਹੀਂ, ਉਹ ਦੁਸ਼ਮਣੀ ਦੀ ਹੱਦ ਤੱਕ ਇੱਕ ਦੂਜੇ ਦੀਆਂ ਵਿਰੋਧੀਆਂ ਵੀ ਬਣ ਗਈਆਂ ਹਨ, ਜਿਨ੍ਹਾਂ ਨੇ ਆਪਣੇ ਸੌੜੇ ਹਿੱਤਾਂ ਨੂੰ ਦੇਸ਼ ਅਤੇ ਏਕਤਾ, ਅਖੰਡਤਾ ਤੋਂ ਉੱਪਰ ਸਮਝ ਲਿਆ ਹੈ। ਇੱਥੇ ਉਹਨਾਂ ਨੇ ਸ਼ੰਕਾ ਵੀ ਜ਼ਾਹਰ ਕੀਤੀ ਹੈ ਕਿ ਦੇਸ਼ ਇਸ ਨਵੇਂ ਆਏ ਲੋਕਤੰਤਰ ਨੂੰ ਬਚਾ ਵੀ ਸਕੇਗਾ ਜਾਂ ਨਹੀਂ। ਉਹਨਾਂ ਲੋਕਾਂ ਨੂੰ ਅਗਾਹ ਕੀਤਾ ਕਿ ਦੇਸ਼ ਵਿੱਚ ਲੋਕਤੰਤਰ ਨਵਾਂ ਆਉਣ ਤੇ ਲੋਕਾਂ ਦੇ ਅਮਲੀ ਵਰਤਾਵੇ ਤੋਂ ਹਾਲੇ ਬਹੁਤ ਜਾਣੂ ਨਹੀਂ ਹਾਂ। ਇਸ ਕਰਕੇ ਕਿਸੇ ਪਾਰਟੀ ਦੀ ਜਿਹੀ ਸਰਕਾਰ ਬਣ ਸਕਦੀ ਹੈ ਜੋ ਦੇਖਣ ਨੂੰ ਤਾਂ ਬਾਹਰੋਂ ਲੋਕਤੰਤਰਿਕ ਹੈ ਲੱਗੇ, ਪਰ ਅੰਦਰੋਂ ਤਾਨਾਸ਼ਾਹ ਵੀ ਹੋ ਸਕਦੀ ਹੈ, ਜੋ 100% ਅੱਜ ਦੀ ਭਵਿੱਖਬਾਣੀ ਸੱਚ ਕਰਕੇ ਦਿਖਾ ਰਹੀ ਹੈ। ਸਮਾਜ ਦੀ ਮਨੋਵਿਗਿਆਨਿਕ ਖਾਈ ਖੌਫਨਾਕ ਆਰ ਪਾੜੇ ਤੇ ਤਸਵੀਸ਼ ਪ੍ਰਗਟ ਕਰਦੇ ਉਹਨਾਂ ਨੇ ਕਿਹਾ, ਦੇਸ਼ ਵਿੱਚ 26 ਜਨਵਰੀ 1950 ਨੂੰ ਗਣਰਾਜੀ ਸੰਵਿਧਾਨ ਲਾਗੂ ਹੋ ਰਿਹਾ ਹੈ। ਸਾਨੂੰ ਸਿਰਫ ਰਾਜਨੀਤਿਕ ਲੋਕਤੰਤਰ ਲੈ ਕੇ ਖੁਸ਼ ਨਹੀਂ ਹੋਣਾ ਚਾਹੀਦਾ, ਇਸ ਸਮਾਜਿਕ ਲੋਕਤੰਤਰ ਬਣਾਉਣ ਦੀ ਵੀ ਜ਼ਰੂਰਤ ਹੈ। ਜੋ ਉਸ ਦੀ ਨੀਂਹ ਵਿੱਚ ਸਮਾਜਿਕ ਲੋਕਤੰਤਰ ਨਹੀਂ ਹੋਵੇਗਾ ਤਾਂ ਰਾਜਸੀ ਲੋਕਤੰਤਰ ਵਿੱਚ ਬਹੁਤ ਚਿਰ ਟਿਕ ਨਹੀਂ ਸਕੇਗਾ। ਸਮਾਜਿਕ ਲੋਕਤੰਤਰ ਦਾ ਮਤਲਬ ਸੁਤੰਤਰਤਾ, ਸਮਾਨਤਾ ਅਤੇ ਭਾਰਤੀ ਭਾਵ ਸਿਧਾਂਤਾਂ ਨੂੰ ਆਪਣੇ ਜੀਵਨ ਸ਼ੈਲੀ ਦਾ ਅੰਗ ਬਣਾਉਣਾ ਹੈ, ਜੋ ਇਸ ਸਮੇਂ ਬਿਲਕੁਲ ਨਦਾਰਦ ਹੈ। ਰਾਜਨੀਤਿਕ ਭਾਵ ਵਿੱਚ ਅਸੀਂ ਇੱਕ ਵਿਅਕਤੀ, ਇੱਕ ਵੋਟ, ਇੱਕ ਕੀਮਤ ਦੇ ਆਧਾਰ ਦੇ ਬਰਾਬਰ ਹੋਵਾਂਗੇ, ਲੇਕਿਨ ਆਰਥਿਕਾ ਤੇ ਸਮਾਜਿਕ ਪੱਧਰ ਤੇ ਬਹੁਤ ਨਾ ਬਰਾਬਰ। ਸਾਨੂੰ ਇਹ ਨਾ ਬਰਾਬਰੀ ਨੂੰ ਜਿੰਨੀ ਛੇਤੀ ਹੋ ਸਕੇ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਹੁਣ ਤੱਕ ਅਤਿਆਚਾਰ ਸਹਿੰਦੇ ਦੁਖੀ ਲੋਕ ਤੰਗ ਆ ਕੇ ਇਸ ਰਾਜਨੀਤਿਕ ਲੋਕਤੰਤਰੀ ਢਾਂਚੇ ਨੂੰ ਹੀ ਧਮਾਕੇ ਨਾਲ ਨਸ਼ਟ ਕਰ ਦੇਣਗੇ। ਕੀ ਕਿਸੇ ਨੇ ਇਸ ਵਾਰਨਿੰਗ ਦੀ ਪਰਵਾਹ ਕੀਤੀ ਹੈ? ਦਲਿਤ ਲੋਕਾਂ ਦਾ 1 ਜਨਵਰੀ ਕੋਰੇ ਜਾਓ ਅਤੇ 2 ਅਪ੍ਰੈਲ ਨੂੰ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਅਤੇ ਬੰਦ ਦਾ ਕੀ ਇਸ਼ਾਰਾ ਕਰਦਾ ਹੈ? ਇੱਕ ਹੋਰ ਬਹੁਤ ਭਾਰੀ ਗਲਤਫਹਿਮੀ ਦੀ ਫੂਕ ਕੱਢਦੇ ਹੋਏ ਉਹਨਾਂ ਨੇ ਸਪਸ਼ਟ ਕੀਤਾ ਕਿ ਅਸੀਂ ਆਪਣੇ ਆਪ ਨੂੰ ਇੱਕ ਰਾਸ਼ਟਰ ਨੇਸ਼ਨ ਕਹਿ ਕੇ ਜਾਂ ਸਮਝ ਕੇ ਆਪਣੇ ਆਪ ਨੂੰ ਬਹੁਤ ਵੱਡਾ ਧੋਖਾ ਦੇ ਰਹੇ ਹਾਂ। ਹਜ਼ਾਰਾਂ ਜਾਤਾਂ, ਉਪਜਾਤਾਂ 'ਚ ਵੰਡੇ ਹੋਏ ਲੋਕ ਆਪਣੇ ਆਪ ਨੂੰ ਇੱਕ ਰਾਸ਼ਟਰ ਨੇਸ਼ਨ ਕਿਵੇਂ ਕਹਿ ਸਕਦੇ ਹਨ? ਤੇ ਆਪ ਵੀ ਬਹੁਤ ਵੱਡਾ ਧੋਖਾ ਰਹਿਣਾ। ਹਜ਼ਾਰਾਂ ਜਾਤਾਂ ਉਪਜਾਤਾਂ ਦੇ ਵੰਡੇ ਲੋਕ ਆਪਣੇ ਆਪ ਨੂੰ ਇੱਕ ਰਾਸ਼ਟਰ ਨੇਸ਼ਨ
ਕਿਵੇਂ ਕਹਿ ਸਕਦੇ ਹਨ ਜਿਨ੍ਹਾਂ ਦੀ ਇੱਕ ਦੂਜੇ ਨਾਲ ਕੋਈ ਮਨੋਵਿਗਿਆਨਕ ਭਾਵ ਵਿੱਚ ਸਾਂਝ ਅਤੇ ਨਾ ਹੀ ਸਮਾਜਿਕ ਪੱਧਰ ਤੇ ਮੇਲ ਮਿਲਾਪ। ਉਹਨਾਂ ਦੇ ਚੇਤੇ ਕਰਾਇਆ ਕਿ ਹਾਲੇ ਅਸੀਂ ਕੋਈ ਰਾਸ਼ਟਰ ਨਹੀਂ ਹਾਂ। ਇਸ ਨੂੰ ਉਸਾਰਨ ਦੀ ਲੋੜ ਹੈ। ਲੋਕਾਂ ਵਿੱਚ ਨਾਇਕ ਪੂਜਾ, ਹੀਰੋ ਵਰਸ਼ਿਪ ਦੀ ਵੱਧ ਰਹੀ ਪ੍ਰਵਿਰਤੀ ਤੇ ਖਤਰਨਾਕ ਨਤੀਜਿਆਂ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ, ਅਧਿਆਤਮਿਕ ਅਰਥਾਂ ਵਿੱਚ ਭਗਤੀ ਕਰਨਾ ਆਤਮਾ ਦੀ ਮੁਕਤੀ ਲਈ ਹੋਰ ਗੱਲ ਹੈ, ਲੇਕਿਨ ਰਾਜਨੀਤੀ ਵਿੱਚ ਹੀਰੋ ਭਗਤੀ ਪਤਨ ਵੱਲ ਜਾਣ ਦਾ ਸਿੱਧਾ ਰਸਤਾ ਹੈ, ਜਿਸ ਦਾ ਅੰਤ ਤਾਨਾਸ਼ਾਹੀ ਹੀ ਹੈ। ਅੱਜ ਕੱਲ ਰਾਜਨੀਤੀ ਦੀ ਗਰਮੀ ਵਿੱਚ ਕੋਈ ਖੁਸ਼ਾਮਦੀ ਨੇਤਾ ਆਪਣੇ ਸੁਪਰੀਮੋ ਨੂੰ ਈਸ਼ਵਰ ਦਾ ਬਖਸ਼ਿਆ ਤੋਹਫਾ, ਗॉड ਗਿਵਨ ਗਿਫਟ ਕਹਿ ਰਿਹਾ ਹੈ। ਕੋਈ ਦੂਜਾ ਨੇਤਾ ਉਸ ਨੂੰ ਸੁਪਰੀਮੋ ਦੀ ਸ਼ਾਨ ਨੂੰ ਹੋਰ ਉੱਚਾ ਦੱਸਣ ਲਈ ਵਿਰੋਧੀ ਪਾਰਟੀਆਂ ਦੇ ਹੈੱਡ ਨੂੰ ਗੰਦੀ ਨਾਲੀ ਦਾ ਕੀੜਾ ਕਹਿ ਸਕਦਾ ਹੈ। ਅਤੇ ਉਤੋਂ ਦੀ ਦੁਖਦਾਈ ਸਿਤਮ ਕੀ ਹੈ, ਇਹੋ ਜਿਹੀ ਗੰਦੀ ਅਸਜਮੀ ਭਾਸ਼ਾ ਤੇ ਕੋਈ ਰੋਕ ਨਹੀਂ ਲਾ ਸਕਦਾ। ਪਤਾ ਨਹੀਂ ਅਜਿਹੀ ਹੀਰੋ ਭਗਤੀ ਦਾ ਅੰਤ ਕਿੱਥੇ ਹੋਵੇਗਾ। ਸੰਵਿਧਾਨ ਦੀਆਂ ਧਾਰਾਵਾਂ ਅਤੇ ਹੋਰ ਪ੍ਰਾਵਧਾਨਾਂ ਨੇ ਇੱਕ ਸਰਜਰੀ ਨਜ਼ਰ ਮਾਰਨ ਤੇ ਯਕੀਨ ਹੋ ਜਾਂਦਾ ਹੈ ਕਿ ਭਾਰਤ ਵਰਗੇ ਕਈ ਧਰਮਾਂ, ਜਾਤੀਆਂ ਅਤੇ ਬੋਲੀਆਂ ਵਾਲੇ ਦੇਸ਼ ਲਈ ਇਸ ਨੂੰ ਵੱਧ ਸਵੀਕਾਰਨ ਯੋਗ ਚੰਗਾ ਸੰਵਿਧਾਨ ਹੋਰ ਨਹੀਂ ਹੋ ਸਕਦਾ, ਜਿਸ ਨੇ ਸਭ ਤੋਂ ਪਹਿਲਾਂ ਇਸ ਸੱਚਾਈ ਨੂੰ ਮਾਨਤਾ ਦਿੱਤੀ ਹੈ ਕਿ ਦੇਸ਼ ਕਿਸੇ ਇੱਕ ਵਿਸ਼ੇਸ਼ ਧਰਮ, ਜਾਤੀ ਜਾਂ ਸਮੁਦਾਇ ਦੀ ਮਲਕੀਅਤ ਨਹੀਂ। ਉਸ ਸਮੇਂ ਕਰਕੇ ਸੰਵਿਧਾਨ ਦੇ ਵਿੱਚ ਲਾਗੂ ਹੋਣ ਤੋਂ ਪਹਿਲਾਂ ਪ੍ਰਚਲਿਤ ਉਹਨਾਂ ਸਭ ਕਾਨੂੰਨ, ਨੇਮਾਂ, ਆਦੇਸ਼ਾਂ, ਨਿਰਦੇਸ਼ਾਂ ਤੇ ਰੀਤੀ ਰਿਵਾਜਾਂ ਨੂੰ ਰੱਦ ਕਰ ਦਿੱਤਾ ਗਿਆ ਜੋ ਸੰਵਿਧਾਨ ਦੀ ਭਾਵਨਾ ਜਾਂ ਕਿਸੇ ਪ੍ਰਾਵਧਾਨ ਦੇ ਵਿਪਰੀਤ ਅਤੇ ਬੇਮੇਲ ਹਨ। ਜ਼ਾਹਰ ਹੈ ਕਿ ਇਸ ਸੰਵਿਧਾਨ ਨਾਲ ਸਮਾਜ ਨੂੰ ਉਹਨਾਂ ਸਭ ਦਕਿਆਨੂਸੀ, ਅੰਧ-ਵਿਸ਼ਵਾਸੀ ਤੰਦੂ ਤਾਣੇ ਤੋਂ ਯਾਦ ਕਰ ਦਿੱਤਾ ਗਿਆ ਹੈ ਜਿਸ ਨੇ ਹੁਣ ਤੱਕ ਉਸ ਨੂੰ ਜਕੜ ਕੇ ਰੱਖਿਆ ਸੀ। ਸਲੇਟ ਦੇ ਪੁਰਾਣੇ ਅੱਖਰ ਮਿਟਾ ਕੇ ਨਵੇਂ ਅੱਖਰ ਲਿਖੇ ਜਾ ਸਕਦੇ ਹਨ। ਯਾਤ ਆਧਾਰਿਤ ਪਰਿਵਰਤਨ, ਅਪਵਿੱਤਰ, ਅਪਵਿੱਤਰ ਅਤੇ ਉੱਚੇ ਨੀਵੇਂ ਭਿੰਨ ਭੇਦ ਨੂੰ ਧਾਰਾ 14 ਨੇ ਨਕਾਰ ਦਿੱਤਾ ਹੈ ਕਿ ਧਾਰਾ 17 ਨੂੰ ਸਮਾਜ ਨੂੰ ਸਦੀਆਂ ਤੋਂ ਲੱਗੇ ਕੋੜ ਛੂਤ ਸਾਧ ਦਾ ਖਾਤਮਾ ਕਰ ਦਿੱਤਾ ਹੈ, ਜਿਸ ਨੂੰ ਕਿਸੇ ਸ਼ਕਲ 'ਚ ਹੀ ਕਰਨ ਨੂੰ ਸਜ਼ਾਯੋਗ ਜੁਰਮ ਬਣਾ ਦਿੱਤਾ ਗਿਆ। ਇਸ ਜੁਰਮ ਨੂੰ ਅਸਰਦਾਰ ਅਤੇ ਤਿੱਖਾ ਕਰਨ ਲਈ ਬਾਅਦ ਵਿੱਚ ਸਿਵਲ ਅਧਿਕਾਰ ਐਕਟ, SC/ST ਐਕਟ ਬਣਾਏ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਛੂਤ ਸਾਧ ਤੇ ਜਾਤ ਨਫ਼ਰਤ ਦੇ ਖਿਲਾਫ ਇੰਨੇ ਸਖਤ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਵੀ ਅਕੌਤੀ ਉੱਚ ਸਮਾਜ ਦੇ ਮਨ ਉੱਤੇ ਜੰਮੀ ਹੋਈ ਮੈਲ ਕਿਉਂ ਨਹੀਂ ਜਾਂਦੀ। ਸਮਾਜਿਕ ਅਤੇ ਆਰਥਿਕ ਪਛੜੇਪਣ ਦੇ ਆਧਾਰ ਤੇ ਅਨੁਸੂਚਿਤ ਜਾਤੀਆਂ ਨੂੰ ਧਾਰਾ 16 ਅਤੇ 335 ਦੇ ਤਹਿਤ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਰਾਖਵਾਂਕਰਨ ਦਾ ਅਧਿਕਾਰ ਦਿੱਤੇ ਗਏ, ਜਿਨ੍ਹਾਂ ਕਰਕੇ ਇਹਨਾਂ ਤਬਕਿਆਂ ਦੀ ਆਰਥਿਕਤਾ ਅਤੇ ਵਿਦਿਅਕ ਹਾਲਾਤ ਵਿੱਚ ਕਾਫੀ ਸੁਧਾਰ ਹੋਇਆ ਹੈ। ਉਹਨਾਂ ਦੇ ਪੂਰੇ ਸੁਧਾਰ ਲਈ ਇਹਨਾਂ ਸੰਵਿਧਾਨਕ ਅਧਿਕਾਰਾਂ ਦੀ ਹਲੇ ਬਹੁਤ ਲੋੜ ਹੈ। ਉੱਚ ਜਾਤੀਆਂ ਦਾ ਅਜਿਹੇ ਅਧਿਕਾਰਾਂ ਦਾ ਵਿਰੋਧ ਕਰਨਾ ਜਾਂ ਰਸਤੇ ਵਿੱਚ ਰੁਕਾਵਟਾਂ ਖੜੀਆਂ ਕਰਨਾ ਹਰਗਿਜ਼ ਨਿਆਂ ਸੰਗਤ ਨਹੀਂ ਤਾਂ ਰਾਸ਼ਟਰ ਹਿੱਤ ਵਿੱਚ ਹੈ। ਇਸੇ ਤਰ੍ਹਾਂ ਇਹ ਕਮਜ਼ੋਰ ਸ਼੍ਰੇਣੀਆਂ ਨੂੰ ਧਾਰਾ 330 ਅਤੇ ਧਾਰਾ 332 ਦੇ ਤਹਿਤ ਪਾਰਲੀਮੈਂਟ ਅਤੇ ਸਟੇਟ ਅਸੈਂਬਲੀਆਂ ਵਿੱਚ ਰਾਖਵੀਆਂ ਸੀਟਾਂ ਨਿਸ਼ਚਿਤ ਕੀਤੀਆਂ ਗਈਆਂ। ਰਿਜ਼ਰਵੇਸ਼ਨ ਦਾ ਅਧਿਕਾਰ ਸ਼ੁਰੂ ਵਿੱਚ 10 ਸਾਲ ਲਈ ਰੱਖਿਆ ਗਿਆ, ਲੇਕਿਨ ਜ਼ਰੂਰਤ ਦੇ ਅਨੁਸਾਰ ਹੁਣ ਤੱਕ ਹਰ 10 ਸਾਲ ਬਾਅਦ ਵਧਾਇਆ ਗਿਆ ਹੈ। ਚੇਤੇ ਰਹੇ ਕਿ ਸਮੇਂ ਸੀਮਾ ਸਿਰਫ ਰਾਜਨੀਤਿਕ ਰਿਜ਼ਰਵੇਸ਼ਨ ਵਿੱਚ ਹੈ, ਸਰਕਾਰੀ ਨੌਕਰੀਆਂ ਤੇ ਵਿਦਿਅਕ ਅਦਾਰਿਆਂ ਵਿੱਚ ਨਹੀਂ ਹੈ। ਅਨੁਸੂਚਿਤ ਜਾਤੀਆਂ, ਕਬੀਲਿਆਂ ਨੂੰ ਦਿੱਤੇ ਗਏ ਰਿਜ਼ਰਵੇਸ਼ਨ ਦੇ ਅਧਿਕਾਰ ਕੋਈ ਖੈਰਾਤ, ਚੈਰਿਟੀ ਨਹੀਂ ਹਨ ਅਤੇ ਨਾ ਹੀ ਕਿਸੇ ਦੇ ਉੱਤੇ ਕੋਈ ਪਰਉਪਕਾਰ ਜਾਂ ਅਹਿਸਾਨ ਹੈ, ਬਲਕਿ ਇਸ ਦੇ ਉਲਟ ਰਾਸ਼ਟਰੀ ਹਿੱਤ ਵਿੱਚ ਕੀਤੇ ਗਏ ਉਸ ਪੂਰਨ ਐਕਟ ਨਾਮਕ ਸਮਝੌਤੇ ਤੇ ਆਧਾਰਿਤ ਹੈ, ਜਿਹੜਾ 1932 ਵਿੱਚ ਬੜੀ ਜਦੋਜਹਿਦ ਉਪਰੰਤ ਬਾਬਾ ਸਾਹਿਬ ਨੇ, ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਗਾਂਧੀ ਦੇ ਵਿਚਾਰਕਾਰ ਹੋਇਆ ਸੀ। ਇਸ ਤਰ੍ਹਾਂ ਉਹਨਾਂ ਸ਼੍ਰੇਣੀਆਂ ਨੂੰ ਸੰਵਿਧਾਨ ਦੁਆਰਾ ਦਿੱਤਾ ਗਿਆ। ਅਧਿਕਾਰਾਂ ਤੇ ਸਮੀਖਿਆ ਕਰਨ ਲਈ ਧਾਰਾ 338, 340 ਅਧੀਨ ਅਨੁਸੂਚਿਤ ਜਾਤੀਆਂ ਕਮਿਸ਼ਨਰ ਨਿਯੁਕਤ ਕਰਨ ਦਾ ਪ੍ਰਾਵਧਾਨ ਹੈ, ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਕੁਝ ਕਮਿਸ਼ਨਾਂ ਨੂੰ ਛੱਡ ਕੇ ਇਹ ਅਹੁਦਾ ਵੀ ਹੁਣ ਖਾਨਾ ਪੂਰਤੀ ਕਰਨ ਵਾਂਗ ਹੀ ਰਹਿ ਗਿਆ ਹੈ।
ਸੰਵਿਧਾਨ ਦੀ ਪੂਰੇ ਗੌਰ ਨਾਲ ਪੜਚੋਲ ਕਰਨ ਤੇ ਇਹ ਤਸੱਲੀ ਨਾਲ ਕਿਹਾ ਜਾ ਸਕਦਾ ਹੈ ਕਿ ਸੰਵਿਧਾਨ ਵਿੱਚ ਉਹ ਸਾਰੀਆਂ ਖੂਬੀਆਂ ਹਨ ਜੋ ਕਿਸੇ ਵੀ ਆਦਰਸ਼ਕ ਸੰਵਿਧਾਨ ਵਿੱਚ ਹੋਣੀਆਂ ਚਾਹੀਦੀਆਂ। ਫਿਰ ਵੀ ਇਹ ਬਹੁਤ ਧਰਮੀ, ਬਹੁਤ ਜਾਤੀ, ਬਹੁਤ ਸੱਭਿਆਚਾਰਕ ਵਿਸ਼ਾਲ ਦੇਸ਼ਾਂ ਵਿੱਚ ਅਜਿਹੀਆਂ ਪਾਰਟੀਆਂ, ਸੰਸਥਾਵਾਂ ਜ਼ਰੂਰ ਹਨ ਜਿਨ੍ਹਾਂ ਨੂੰ ਧਰਮ ਨਿਰਪੱਖਤਾ, ਮਿਲੀ ਜੁਲੀ ਸੰਸਕ੍ਰਿਤੀ ਅਤੇ ਵਿਗਿਆਨਕ ਸੋਚ ਦੇ ਸਿਧਾਂਤ ਰਾਸ ਨਹੀਂ ਆਏ ਹਨ। ਨਿਰਪੱਖਤਾ, ਮਿਲੀ ਜੁਲੀ ਸੰਸਕ੍ਰਿਤੀ ਰਾਸ਼ਟਰ ਅਤੇ ਹਿੰਦੂ ਰਾਜ ਦੀ ਸਥਾਪਤੀ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਸਿਧਾਂਤ ਨਹੀਂ ਆ ਜਿਨ੍ਹਾਂ ਉਹਨਾਂ ਨੇ ਆਪਣੇ ਏਜੰਡੇ ਹਿੰਦੂ ਰਾਸ਼ਟਰ ਅਤੇ ਹਿੰਦੂ ਰਾਜ ਦੀ ਸਥਾਪਤੀ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਸਮਝੇ। ਇਸੇ ਮਕਸਦ ਦੇ ਪੂਰਾ ਕਰਨ ਲਈ 1998 ਵਿੱਚ ਸੰਵਿਧਾਨ ਸਮੀਖਿਆ ਕਮਿਸ਼ਨ ਬਣਾਇਆ, ਜਿਸ ਦੀ ਉਲਟ ਰਿਪੋਰਟ ਤੇ ਇਹਨਾਂ ਲੋਕਾਂ ਦੀਆਂ ਕੋਸ਼ਿਸ਼ਾਂ ਤੇ ਪਾਣੀ ਫੇਰ ਦਿੱਤਾ ਗਿਆ। ਹੁਣ ਇਹ ਪਾਰਟੀਆਂ ਆਪਣੇ ਮਿੱਥੇ ਹੋਏ ਏਜੰਡੇ ਨੂੰ ਪੂਰਾ ਕਰਨ ਲਈ ਹਰ ਜਾਇਜ਼ ਨਜਾਇਜ਼ ਹਥਿਆਰ ਵਰਤਣ ਲੱਗ ਗਈਆਂ ਹਨ, ਜਿਨ੍ਹਾਂ ਨੂੰ ਢੁਕਵਾਂ ਜਵਾਬ ਇੱਥੇ ਦੇ ਲੋਕ ਹੀ ਦੇ ਸਕਦੇ ਹਨ। ਸੰਵਿਧਾਨ ਦੀ ਰੱਖਿਆ ਕਿਵੇਂ ਕੀਤੀ ਜਾਵੇ? ਉਂਝ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਰਾਹੀਂ ਇਸ ਸੰਵਿਧਾਨ ਨੂੰ ਆਪਣੀ ਸਦਾ ਲਈ ਮੋਹਰ ਲਗਾ ਦਿੱਤੀ ਹੈ। ਸੰਵਿਧਾਨ ਦੇ ਮੂਲਭੂਤ ਢਾਂਚੇ, ਉਦੇਸ਼ਕਾਂ, ਮੌਲਿਕ ਅਧਿਕਾਰਾਂ ਨਾਲ ਕੋਈ ਛੇੜਛਾੜ ਕੀਤੀ ਜਾ ਸਕਦੀ ਹੈ, ਨਹੀਂ ਕੀਤੀ ਜਾ ਸਕਦੀ, ਇਹ ਵੀ ਉਸ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਦਰਜ ਹੈ। ਬਾਬਾ ਸਾਹਿਬ ਨੇ ਦਿਨ ਰਾਤ ਇੱਕ ਕਰਕੇ ਜਿੰਨੀ ਜਾਨ ਤੋੜ ਮਿਹਨਤ ਨਾਲ ਸੰਵਿਧਾਨ ਤਿਆਰ ਕੀਤਾ, ਓਨੀ ਹੀ ਉਮੀਦ ਨਾਲ ਉਹ ਚਾਹੁੰਦੇ ਸੀ ਕਿ ਉਸ ਦੀ ਪਾਲਣਾ ਵੀ ਓਨੀ ਹੀ ਇਮਾਨਦਾਰੀ, ਵਫਾਦਾਰੀ ਨਾਲ ਕੀਤੀ ਜਾਵੇ। ਲੇਕਿਨ ਜਦ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਅਸਤੀਫੇ ਤੋਂ ਜਲਦੀ ਬਾਅਦ ਸੰਵਿਧਾਨ ਦੀ ਨਾ ਕੇਵਲ ਉਲੰਘਣਾ ਕੀਤੀ ਜਾ ਰਹੀ ਹੈ, ਸਗੋਂ ਸਰਕਾਰ ਖੁਦ ਇਸ ਵਿੱਚ ਮਨ ਆਉਂਦੀਆਂ ਤਰਸੀਮਾਂ ਕਰਕੇ ਗੈਰ ਜ਼ਰੂਰੀ ਤਬਦੀਲੀਆਂ ਕਰਨ ਲੱਗ ਪਈ ਹੈ। ਉਹਨਾਂ ਨੇ ਰਾਜ ਸਭਾ ਹਾਊਸ ਵਿੱਚ ਇੱਕ ਬਹਿਸ ਦੌਰਾਨ 2 ਸਤੰਬਰ 1953 ਨੂੰ ਗੁੱਸੇ ਵਿੱਚ ਆ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਠੀਕ ਹੈ, ਮੈਂ ਸੰਵਿਧਾਨ ਬਣਾਇਆ, ਲੇਕਿਨ ਮੌਜੂਦਾ ਹਾਲਾਤ ਦੇਖ ਕੇ ਮੈਂ ਇਸ ਨੂੰ ਸਾੜਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ। ਇਹ ਇੱਕ ਅਜਿਹਾ ਬਿਆਨ ਸੀ ਜਿਸ ਦੇ ਲੋਕ ਹੱਕੇ ਬੱਕੇ ਰਹਿ ਗਏ। ਕਰੀਬ 2 ਸਾਲ ਬਾਅਦ 19 ਮਾਰਚ 1955 ਨੂੰ ਇੱਕ ਰਾਜ ਸਭਾ ਮੈਂਬਰ ਡਾਕਟਰ ਨੂਪ ਸਿੰਘ ਨੇ ਉਹਨਾਂ ਤੋਂ ਫਿਰ ਉਹੀ ਸਵਾਲ ਪੁੱਛਿਆ ਕਿ ਉਹਨਾਂ ਨੇ ਜਵਾਬ ਦਿੱਤਾ ਕਿ ਦਰਅਸਲ ਉਸ ਸਮੇਂ ਮੈਂ ਬਿਆਨ ਦੇਣ ਲੱਗਿਆ ਜਲਦੀ ਵਿੱਚ ਕਾਰਨ ਨਹੀਂ ਦੱਸਿਆ ਸੀ। ਉਹਨਾਂ ਨੇ ਕਿ ਸੰਵਿਧਾਨ ਕਿਉਂ ਸਾੜਨਾ ਚਾਹੁੰਦੇ ਸੀ। ਕਾਰਨ ਇਹ ਸੀ ਕਿ ਅਸੀਂ ਸੰਵਿਧਾਨ ਰੂਪੀ ਮੰਦਰ ਤਾਂ ਦੇਵਤਿਆਂ ਦੇ ਵਾਸ ਲਈ ਬਣਾਇਆ ਹੈ, ਲੇਕਿਨ ਦੇਵਤੇ ਭਲੇ ਪੁਰਸ਼ਾਂ ਦੇ ਆਉਣ ਤੋਂ ਪਹਿਲਾਂ ਇੱਥੇ ਸ਼ੈਤਾਨਾਂ ਦਾ ਕਬਜ਼ਾ ਕਰ ਲਿਆ ਹੈ। ਆਨੰਦ, ਤੇਲ ਤੂੰਬੜੇ, ਸੋਵੀਨੀ, ਸਮਤਾ ਸੈਨਿਕ ਦਲ 2018 ਵਿੱਚ ਸ਼ੈਤਾਨ ਕੌਣ ਸਨ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਅੱਜ ਜਦ ਤੱਕ ਦੇਸ਼ ਆਪਸੀ ਖਿੱਚੋਤਾਣ ਤੇ ਕੜਵਾਹਟ ਕਾਰਨ ਭਾਰਤ ਤੋਂ ਮਹਾਭਾਰਤ ਬਣ ਗਿਆ, ਜਿੱਥੇ ਇੱਕ ਸਧਾਰਨ ਰਾਜ ਸੱਤਾ ਸੰਘਰਸ਼ ਨੂੰ ਵਿਚਾਰਧਾਰਾ ਦੀ ਖੂਨੀ ਟੱਕਰ ਵਿੱਚ ਬਦਲ ਦਿੱਤਾ ਗਿਆ ਹੈ, ਜਿੱਥੇ ਦਵੰਗ ਲੋਕ ਤਬਕੇ ਆਪਣੇ ਅਥਾਹ ਸਾਧਨਾ ਸਵਾਦਾਨਾ ਨਹੀਂ, ਮੀਡੀਆ ਮਾਫੀਆ ਦੇ ਜ਼ੋਰ ਤੇ ਗਰੀਬ ਅਤੇ ਕਮਜ਼ੋਰ ਲੋਕਾਂ ਦੀ ਮਾਨਵੀ ਅਤੇ ਸਮਾਜਿਕ ਹੱਕਾਂ ਨੂੰ ਹੜੱਪਣ ਖੋਣ ਤੋਂ ਗਜੇਰ ਨਹੀਂ ਕਰਦੇ, ਅਤੇ ਮਾਹੌਲ ਵਿੱਚ ਦਲਿਤ ਸਮਾਜ ਦਾ ਵੀ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਬਣਦਾ ਹੈ। ਇਸੇ ਜ਼ਰੂਰਤ ਨੂੰ ਦੇਖਦੇ ਹੋਏ ਲੇਖਕ ਸੋਹਣ ਸਹਿਜਲ ਨੇ ਆਪਣੀਆਂ ਹੋਰ ਦਰਜਨਾਂ ਕਿਤਾਬਾਂ ਰਾਹੀਂ ਇਹ ਪੁਸਤਕ ਭਾਰਤ ਦਾ ਸੰਵਿਧਾਨ ਤਿਆਰ ਕਰਕੇ ਸਮਾਜ ਵਿੱਚ ਇੱਕ ਅਹਿਮ ਰੋਲ ਨਿਭਾਇਆ ਹੈ। ਕਹਿਣ ਦੀ ਜ਼ਰੂਰਤ ਨਹੀਂ, ਸਹਿਜਲ ਜੀ ਨੇ ਸੰਵਿਧਾਨ ਸੰਬੰਧੀ ਵੱਧ ਤੋਂ ਵੱਧ ਜਾਣਕਾਰੀ ਇਕੱਠਾ ਕੀਤੀ। ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਨੋਟ ਵਿੱਚ ਬਾਬਾ ਸਾਹਿਬ ਸੰਬੰਧੀ 2 ਭਾਸ਼ਣਾਂ ਦੇ ਮੁੱਖ ਟੁਕ ਅਤੇ ਉਹਨਾਂ ਦੀਆਂ ਹਲਕੀਆਂ ਜਿਹੀਆਂ ਟਿੱਪਣੀਆਂ ਜੋੜ ਕੇ ਪੁਸਤਕ ਨੂੰ ਰੋਚਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਭਾਸ਼ਣਾਂ ਵਿੱਚ ਪ੍ਰਗਟਾਏ ਵਿਚਾਰਾਂ ਨੂੰ ਜਿਨ੍ਹਾਂ ਨੇ ਹਵਾਲੇ ਦੇ ਕੇ ਵਕੀਲ ਅਤੇ ਬੁੱਧੀਜੀਵੀ ਲੋਕ ਆਪਣੇ ਲੇਖਾਂ ਕੇਸਾਂ ਵਿੱਚ ਅਕਸਰ ਪੜ੍ਹਦੇ ਤੇ ਵਰਤਦੇ ਹਨ। ਸੰਵਿਧਾਨ ਦੀ ਆਤਮਾ ਸਪਿਰਿਟ ਨੂੰ ਸਮਝਣ ਲਈ ਸੰਵਿਧਾਨ ਦੀ ਕੁੰਜੀ ਵੀ ਕਿਹਾ ਜਾਂਦਾ ਹੈ। ਸੋ ਮੇਰੇ ਪਿਆਰੇ ਦੋਸਤੋ, ਸੰਵਿਧਾਨ ਪੜ੍ਹਦੇ ਸਮੇਂ, ਕਿਉਂਕਿ ਪੜ੍ਹਨ ਸਮੇਂ ਹੋ ਸਕਦਾ ਕੁਝ ਗਲਤੀਆਂ ਹੋ ਜਾਂਦੀਆਂ ਨੇ, ਪਰ ਮੈਂ ਇੱਕ ਨਿਮਾਣੀ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਮੈਂ ਜ਼ਿਆਦਾ ਇਕੱਠ ਵਿੱਚ ਨਹੀਂ ਜਾ ਸਕਦਾ। ਮੈਂ ਵੀ ਗੁਰੂਆਂ ਦੀ ਵਿਚਾਰਧਾਰਾ ਪੜ੍ਹਦਾ ਰਹਿਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਨ ਕਰਦਾ ਮੈਂ ਤੇ ਬੰਦਗੀ ਕਰਦਾ ਗੁਰੂ ਨਾਨਕ ਦੇਵ ਜੀ, ਗੁਰੂ ਪਾਤਸ਼ਾਹੀਆਂ ਦੀ,
ਸਤਿਗੁਰ ਰਵਿਦਾਸ ਮਹਾਰਾਜ ਦੀ, ਕਬੀਰ ਮਹਾਰਾਜ ਦੀ, ਸਾਰੇ ਹੀ ਸਤਿਕਾਰਯੋਗ ਨੇ। ਇਹ ਸੰਵਿਧਾਨ ਕਿਸੇ ਜਾਤ ਨਾਲ ਸੰਬੰਧਿਤ ਨਹੀਂ। ਇਹ ਸੰਵਿਧਾਨ ਹਰ ਇੱਕ ਸਕੂਲ ਵਿੱਚ, ਹਰ ਇੱਕ ਸਕੂਲ ਦੀ ਮਰਿਆਦਾ ਵੀ ਬਣਨੀ ਚਾਹੀਦੀ ਹੈ ਕਿ ਸੰਵਿਧਾਨ ਸ਼ੁਰੂ ਤੋਂ ਹੀ ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾਵੇ, ਤਾਂ ਕਿ ਅੱਜ ਸਾਨੂੰ ਕਿਸੇ ਸਰਕਾਰਾਂ ਤੋਂ ਆਪਣੇ ਹੱਕ ਮੰਗਣ ਦੀ ਲੋੜ ਨਾ ਪਵੇ, ਕਿਉਂਕਿ ਇਹ ਹੱਕ ਪਹਿਲਾਂ ਤੋਂ ਹੀ ਅਸੀਂ ਆਪਣੇ ਬੱਚਿਆਂ ਨੂੰ ਇਸ ਸੰਵਿਧਾਨ ਰਾਹੀਂ ਦੇ ਦੇਵਾਂਗੇ। ਸੋ ਇੱਕ ਨਿਮਾਣੀ ਜੀ ਕੋਸ਼ਿਸ਼ ਆ, ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਇਸ ਸੰਵਿਧਾਨ ਦਾ ਦੂਜਾ ਭਾਗ ਅਸੀਂ ਕੱਲ ਪੜਾਂਗੇ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।